ਅੱਜ ਸਾਡੇ ਨਾਲ ਗਲੋਬਲ ਟੈਲੀਕਾਸਟ ਟੀਵੀ ਤੇ ਵਿਦਿਆਰਥੀਆਂ ਤੇ ਵਿੱਦਿਆ ਨਾਲ ਸੰਬੰਧਿਤ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਗੁਰਮੁਖ ਸਿੰਘ ਜੀ ਮਾਨ ਤੇ ਇਹਨਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ PhD ਦੇ ਵਿਦਿਆਰਥੀ ਤੇ ਇਸੇ ਜਥੇਬੰਦੀ ਦੇ ਪ੍ਰੈਸ ਸਕੱਤਰ ਸਰਦਾਰ ਬੇਅੰਤ ਸਿੰਘ ਜੀ ਆਏ ਹੋਏ ਨੇ। ਅੱਜ ਅਸੀਂ ਵਿਦਿਆਰਥੀਆਂ ਦੇ ਖਾਸ ਕਰਕੇ ਕਾਲਜਾਂ 'ਚ ਪੜ੍ਹਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਗੱਲਾਂ ਕਰਾਂਗੇ। ਮਾਨ ਜੀ, ਤੁਸੀਂ ਲੰਮੇ ਸਮੇਂ ਤੋਂ ਉਸ ਸਿਰਮੌਰ ਜਥੇਬੰਦੀ ਦੇ ਆਗੂ ਹੋ ਜਿਹਦਾ ਇੱਕ ਆਪਣਾ ਸ਼ਾਨਾ ਮੱਤਾ ਇਤਿਹਾਸ ਹੈ। ਤੁਸੀਂ ਉਸ ਵੇਲੇ ਇਸ ਜਥੇਬੰਦੀ ਲਈ ਕੰਮ ਕਰ ਰਹੇ ਹੋ ਜਦੋਂ ਐਜੂਕੇਸ਼ਨ ਜਿਹੜੀ ਹੈ ਉਹ ਸਾਮਰਾਜੀ ਅਟੈਕ ਦੇ ਅੰਡਰ ਹੋਣ ਕਰਕੇ ਲੋਕਾਂ ਨੂੰ ਐਜੂਕੇਸ਼ਨ ਤੋਂ ਵਿਰਵਾ ਰੱਖਿਆ ਜਾ ਰਿਹਾ। ਕੀ ਇਹਦਾ ਪ੍ਰਭਾਵ ਭਾਰਤ ਵਿੱਚ ਪੰਜਾਬ ਵਿੱਚ ਵੀ ਪੈ ਰਿਹਾ ਕਿ ਅਜੇ ਇਹ ਲੈਟਿਨ ਅਮਰੀਕਾ ਦੇ ਦੇਸ਼ਾਂ ਵਿੱਚ ਹੀ ਐਸਾ ਸਾਮਰਾਜੀ ਅਟੈਕ ਜਿਹੜਾ ਹੈ ਉਹ ਚੱਲ ਰਿਹਾ? ਬਿਰਲੀ ਜੀ, ਜਿੱਦਾਂ ਆਪਾਂ ਇਹ ਸਾਰੀ ਐਜੂਕੇਸ਼ਨ 'ਤੇ ਨਜ਼ਰ ਮਾਰਦੇ ਹਾਂ ਪੂਰੇ ਹਿੰਦੁਸਤਾਨ ਦੀ ਐਜੂਕੇਸ਼ਨ ਦੇ ਉੱਤੇ, ਅਤੇ ਉਹਦੇ ਵਿੱਚ ਇਹ ਆ ਕਿ ਸਾਡੀ ਜਿੰਨੀ ਵੀ ਐਜੂਕੇਸ਼ਨ ਆ ਹਾਂਜੀ ਉਹ ਸਾਰੀ ਐਜੂਕੇਸ਼ਨ 'ਤੇ ਜਿਹੜਾ ਸਾਮਰਾਜ ਦਾ ਪ੍ਰਭਾਵ ਆ ਉਹ ਹੈਗਾ। ਹਾਂਜੀ ਕਿਉਂਕਿ ਜਿਹੜੀ 1992 ਦੇ ਵਿੱਚ ਇਹ ਸਾਮਰਾਜੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਥੇ ਨਿੱਜੀਕਰਨ ਦੀ ਪਾਲਿਸੀ ਆਈ, ਹਾਂਜੀ ਉਹਦਾ ਪ੍ਰਭਾਵ ਸਾਡੀ ਐਜੂਕੇਸ਼ਨ 'ਤੇ ਵੀ ਪਿਆ ਅਤੇ ਸਾਡੀ ਇੱਥੇ ਦੀ ਐਜੂਕੇਸ਼ਨ ਨੂੰ ਵੀ ਉਹਨਾਂ ਨੇ ਨਿੱਜੀਕਰਨ ਦੀ ਨੀਤੀ ਦੇ ਤਹਿਤ ਉਹਨਾਂ ਨੇ ਪ੍ਰਾਈਵੇਟ ਹੱਥਾਂ 'ਚ ਦੇਣਾ ਸ਼ੁਰੂ ਕੀਤਾ। ਅੱਜ ਜਦੋਂ ਅਸੀਂ ਪੰਜਾਬ ਦੇ ਵਿੱਚ ਵੀ ਨਜ਼ਰ ਮਾਰਦੇ ਹਾਂ ਕਿ ਪੰਜਾਬ ਦੇ ਅੰਦਰ ਵੀ ਇੱਥੇ ਧੜਾ ਧੜ ਜਿਹੜੇ ਪ੍ਰਾਈਵੇਟ ਇੰਸਟੀਚਿਊਟ ਖੁੱਲ੍ਹ ਰਹੇ ਹੈ, ਹਾਂਜੀ ਹਾਂਜੀ ਅਤੇ ਇੱਥੇ ਤੱਕ ਕਿ ਯੂਨੀਵਰਸਿਟੀਆਂ ਵੀ ਜਿਹੜੀਆਂ ਇਹ ਪ੍ਰਾਈਵੇਟ ਹੋ ਰਹੀਆਂ ਹੈਗੀਆਂ। ਹਾਂਜੀ ਉਸੇ ਨੀਤੀ ਤਹਿਤ ਅੱਜ ਜਿਹੜੀ ਐਜੂਕੇਸ਼ਨ ਆ ਉਹ ਇਹਨਾਂ ਨੇ ਇਹ ਵੇਚ ਵੱਟ ਦੀ ਜਿਹੜੀ ਵਸਤੂ ਉਹ ਬਣਾਤੀ ਹੈਗੀ ਆ ਕਿ ਪੈਸੇ ਲਿਆਓ, ਐਜੂਕੇਸ਼ਨ ਜਿਹੜੀ ਲੈ ਲਓ। ਇਹ ਹਾਲ ਐਜੂਕੇਸ਼ਨ ਦਾ ਇਸ ਸਮੇਂ ਹੋਇਆ ਹੈਗਾ ਇਹ, ਅਤੇ ਉਹ ਇਸੇ ਨੀਤੀ ਕਰਕੇ ਆ। ਦੂਸਰਾ ਇਹ ਆ ਕਿ ਜਿੱਦਾਂ ਇਹ ਸਾਮਰਾਜੀ ਨੀਤੀਆਂ ਦੀ ਜਿਹੜੀ ਇਹ ਪਕੜਾ ਹੋਰ ਮੌਜੂਦ ਹਿੰਦੁਸਤਾਨ 'ਤੇ ਹੁੰਦੀ ਜਾਂਦੀ ਹੈ, ਤਾਂ ਜਿਹੜਾ ਹਿੰਦੁਸਤਾਨ ਦੀ ਗੌਰਮੈਂਟ ਦਾ ਪਹਿਲਾਂ ਇਹ ਚਿਹਰਾ ਸੀ ਕਿ ਵੈਲਫੇਅਰ ਸਟੇਟ ਦਾ ਜਿਹੜਾ ਚਿਹਰਾ ਸੀ ਉਹ ਹੌਲੀ ਹੌਲੀ ਇਹਨਾਂ ਨੇ ਉਹ ਜਿਹੜਾ ਪਰਦਾ ਆਪਦੇ ਉੱਤੋਂ ਲਾਤਾ। ਇਹ ਜਿੰਨੀਆਂ ਵਿਦਿਆਰਥੀਆਂ ਰਿਲੇਟਡ ਹੋਰ ਬਹੁਤ ਸਾਰੀਆਂ ਸਹੂਲਤਾਂ ਵਿਦਿਆਰਥੀਆਂ ਨੂੰ ਮਿਲਦੀਆਂ ਸੀ, ਤਾਂ ਉਹ ਜਿਹੜੀਆਂ ਸਹੂਲਤਾਂ ਨੇ ਉਹ ਅੱਜ ਨਹੀਂ ਮਿਲਦੀਆਂ ਹੈਗੀਆਂ। ਐਜੂਕੇਸ਼ਨ ਮਹਿੰਗੀ ਹੋਈ ਜਾਂਦੀ ਹੈ। ਜਿਵੇਂ ਹੁਣ ਇੱਕ ਇਹ ਚਰਚਾ ਦਾ ਵਿਸ਼ਾ ਪੂਰੇ ਪੰਜਾਬ ਦੇ ਵਿੱਚ ਵੀ ਬਣਿਆ ਹੋਇਆ ਜਿਹੜੇ ਦਲਿਤ ਵਿਦਿਆਰਥੀ ਦੀ ਐਜੂਕੇਸ਼ਨ ਦਾ ਸਵਾਲ ਹੈਗਾ। ਆਪਾਂ ਦਲਿਤ ਵਿਦਿਆਰਥੀਆਂ ਬਾਰੇ ਬਾਅਦ 'ਚ ਗੱਲ ਕਰਦੇ ਹਾਂ। ਹਾਂਜੀ, ਪਹਿਲਾਂ ਬੇਅੰਤ ਸਿੰਘ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਜਥੇਬੰਦੀ 'ਚ ਵੀ ਕੰਮ ਕਰਦੇ ਹੋ ਤੇ ਯੂਨੀਵਰਸਿਟੀ 'ਚ ਤੁਸੀਂ ਉਹ 'ਚ ਵਿੱਦਿਆ ਵੀ ਪ੍ਰਾਪਤ ਕਰ ਰਹੇ ਹੋ, ਕਿ ਅੱਜ ਕਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਫੇਸ ਕਰਨੀਆਂ ਪੈ ਰਹੀਆਂ? ਜਿਵੇਂ ਪਹਿਲਾਂ ਜ਼ਿਕਰ ਹੋਇਆ ਕਿ ਸਿੱਖਿਆ ਦੇ ਨਿੱਜੀਕਰਨ ਦਾ ਤੇ ਸੰਸਾਰੀਕਰਨ ਦੀਆਂ ਨੀਤੀਆਂ ਦਾ ਸਿੱਧੇ ਤੌਰ ਤੇ ਹੈ ਜਿਹੜਾ ਸਿੱਖਿਆ ਦੇ ਖੇਤਰ 'ਚ ਬਹੁਤ ਵੱਡਾ ਪ੍ਰਭਾਵ ਪਿਆ। ਪੰਜਾਬ ਦੇ ਸਰਕਾਰੀ ਕਾਲਜਾਂ ਦਾ ਤੇ ਯੂਨੀਵਰਸਿਟੀਆਂ ਦੇ ਵਿੱਚ ਲਗਾਤਾਰ ਗ੍ਰਾਂਟਾਂ ਦੇ ਉੱਤੇ ਜਿਹੜਾ ਕੱਟ ਲੱਗ ਰਹੇ ਆ। ਪਿਛਲੇ ਦਿਨੀ ਪੰਜਾਬ ਦੇ ਵਿੱਚ ਅਖਬਾਰਾਂ 'ਚ ਰਿਪੋਰਟਾਂ ਆਈਆਂ ਕਿ ਪੰਜਾਬ ਸਰਕਾਰ ਪੰਜਾਬ ਦੀਆਂ ਜਿਹੜੀਆਂ ਤਿੰਨੋਂ ਸਟੇਟ ਓਨਡ ਯੂਨੀਵਰਸਿਟੀਆਂ ਨੇ ਇਸ ਸੈਸ਼ਨ ਦੇ ਵਿੱਚ ਤਿੰਨੋਂ ਯੂਨੀਵਰਸਿਟੀਆਂ ਨੇ 15 ਤੋਂ 20% ਜਿਹੜੀਆਂ ਫੀਸਾਂ ਦੇ ਵਿੱਚ ਵਾਧਾ ਕਰਿਆ। ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 2004 ਦੇ ਵਿੱਚ ਇਕਨੋਮਿਕਸ ਡਿਪਾਰਟਮੈਂਟ ਦਾ ਇੱਕ ਸਰਵੇ ਆਇਆ ਕਿ ਪੰਜਾਬ ਦੇ ਪਿੰਡਾਂ ਦੇ ਨਾਲ ਸੰਬੰਧਿਤ ਜਿਹੜੇ ਵਿਦਿਆਰਥੀ ਨੇ ਜਾਂ ਪਿੰਡੂ ਤਬਕੇ ਨਾਲ ਰਿਲੇਟਡ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਸਿਰਫ 4% ਹਿੱਸਾ ਜਿਹੜਾ ਉਹ ਉੱਚ ਵਿੱਦਿਆ ਤੱਕ ਜਾਂ ਯੂਨੀਵਰਸਿਟੀਆਂ ਤੱਕ ਪਹੁੰਚ ਰਿਹਾ। ਕਾਲਜਾਂ ਤੇ ਨਜ਼ਰ ਮਾਰੀਏ ਉਹਦੀ ਹਾਲਤ ਇਸ ਤੋਂ ਵੀ ਬਦਤਰ ਹੈ। ਕਾਲਜਾਂ 'ਚ ਪੰਜਾਬ 'ਚ ਅੱਜ 1873 ਪੋਸਟਾਂ ਨੇ ਜਿਹੜੀਆਂ ਉਹ ਕਿਸੇ ਵੇਲੇ ਰਿਕਰੂਟਮੈਂਟ ਹੁੰਦੀ ਸੀ, ਪਰ ਉਸ ਦੇ ਵਿੱਚੋਂ 1270 ਪੋਸਟਾਂ ਨੇ ਜਿਹੜੀਆਂ ਅੱਜ ਖਾਲੀ ਪਈਆਂ ਨੇ, ਜਿਹਦੇ 'ਚ 547 ਗੈਸਟ ਫੈਕਲਟੀ ਤੇ ਅਧਿਆਪਕ ਨੇ ਜਿਹੜੇ ਕੰਮ ਕਰ ਰਹੇ ਨੇ। ਉਹਨਾਂ ਨੂੰ ਤਨਖਾਹ ਵੀ ਹੈ ਜਿਹੜੀ ਉਹ ਵਿਦਿਆਰਥੀਆਂ ਤੋਂ PTA ਫੰਡ ਕਿਤੇ 1600 ਰੁਪਇਆ ਕਿਤੇ 1000 ਰੁਪਇਆ ਪਰ ਵਿਦਿਆਰਥੀ ਇਕੱਠਾ ਕਰਕੇ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ। ਉਹ MPhil PhD ਨੈਟ ਪਾਸ ਨੇ ਜਿਹੜੇ ਟੀਚਰ ਨੇ ਉਹ 7-7 ਹਜ਼ਾਰ ਰੁਪਏ ਦੇ ਉੱਤੇ ਜਿਹੜਾ ਉੱਥੇ ਪੜ੍ਹਾ ਰਹੇ ਨੇ। ਯਾਨੀ ਕਿ ਪੰਜਾਬ ਦੇ ਸਰਕਾਰੀ ਕਾਲਜ ਸਿਰਫ ਨਾਂ ਦੇ ਸਰਕਾਰੀ ਰਹਿ ਗਏ ਨੇਗੇ, ਉੱਥੇ ਸਰਕਾਰ ਦਾ ਹੋਰ ਕੁਝ ਵੀ ਨਹੀਂ। ਜੇ ਵਿਦਿਆਰਥੀਆਂ ਨੂੰ ਖੇਡਾਂ 'ਚ ਲੈ ਕੇ ਜਾਣਾ ਕਿਤੇ ਤਾਂ ਉਹ PTA ਫੰਡ ਵਰਤਿਆ ਜਾਂਦਾ ਹੈ। ਜੇ ਕਿਤੇ ਯੂਥ ਫੈਸਟੀਵਲ ਤੇ ਲੈ ਕੇ ਜਾਣਾ ਹੈ, ਕੋਈ ਭੰਗੜਾ ਟੀਮ, ਕੋਈ ਨਾਟਕ, ਜਿਵੇਂ ਅੱਗੇ ਯੂਥ ਫੈਸਟੀਵਲ ਹੁੰਦੇ ਸੀ, ਉਹ ਸਾਰਾ ਖਰਚਾ ਉਧਰੋਂ ਵਸੂਲਿਆ ਜਾਂਦਾ ਹੈ। ਜੇ ਕੋਈ ਕਾਲਜ ਦੇ ਵਿੱਚ ਗੈਸਟ ਆ ਗਿਆ, ਉਹਨੂੰ ਚਾਹ ਪਿਆਉਣੀ ਹੈ, ਸਮੋਸਾ ਖਵਾਉਣਾ ਹੈ, ਤਾਂ ਉਹ ਪੈਸਾ ਵੀ ਹੈ ਜਿਹੜਾ PTA ਫੰਡ 'ਚੋਂ ਵਰਤਿਆ ਜਾਂਦਾ। ਇਹਦਾ ਮਤਲਬ ਇਹ ਹੈ ਵੀ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸਰਕਾਰੀ ਕਾਲਜਾਂ 'ਚ ਵੀ,
ਉਹ ਵੀ PTA ਦੇ ਰਾਹੀਂ ਵਿਦਿਆਰਥੀਆਂ ਤੋਂ ਹੀ ਫੰਡਿੰਗ ਹੋ ਰਹੀ ਹੈ। ਬਿਲਕੁਲ ਜੀ। ਤੇ ਮਾਨ ਜੀ ਪਿਛਲੇ ਸਾਲ ਇਸ ਦੇ ਉੱਤੇ ਬਹੁਤ ਵੱਡਾ ਮੁੱਦਾ ਉੱਠਿਆ ਅਸੀਂ ਸਟਰਗਲ ਵੀ ਕੀਤੀ ਇੱਥੋਂ ਤੱਕ ਕਿ ਕਾਲਜਾਂ 'ਚ ਜਿਹੜੇ PTA ਦੇ ਉੱਤੇ 547 ਗੈਸਟ ਫੈਕਲਟੀ ਅਧਿਆਪਕ ਪੜ੍ਹਾ ਰਹੇ ਨੇ। ਇੱਕ ਜਾਣਕਾਰੀ ਹੋਰ ਦੇ ਦਈਏ ਕਿ ਉਹਨਾਂ ਦੇ ਵਿੱਚੋਂ ਵੀ ਲਗਭਗ 250 ਅਧਿਆਪਕ ਉਹ ਨੇ ਜਿਹੜੇ ਸੁਪਰੀਮ ਕੋਰਟ ਪ੍ਰੋਟੈਕਟਡ ਨੇ। 1998 ਦੇ ਵਿੱਚ ਐਦਾਂ ਹੀ ਉਹਨਾਂ ਦੀ ਕੱਚੇ ਤੌਰ ਤੇ ਭਰਤੀ ਹੋਈ, ਪਰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਲਾਇਆ ਕਿ ਇਹਨਾਂ ਨੇ ਸਾਨੂੰ ਇਹ ਕਹਿ ਕੇ ਭਰਤੀ ਕਰਿਆ ਸੀਗਾ ਕਿ ਅਸੀਂ ਤੁਹਾਨੂੰ ਸਾਲ ਦੇ ਲਈ ਰੱਖਾਂਗੇ, ਪਰ ਅਸੀਂ ਕੁਆਲੀਫਾਈਡ ਆ, ਪੜਾਉਣੇ ਆ, ਬਰਾਬਰ ਉਹ ਕਰਦੇ ਆ, ਇਸ ਕਰਕੇ ਸਰਕਾਰ ਹੈ ਜਿਹੜੀ ਸਾਨੂੰ ਤਨਖਾਹ ਦੇਵੇ। ਉਹਨਾਂ ਨੂੰ ਸਿਰਫ ਉੱਕਾ ਪੁੱਕਾ 22,000 ਤਨਖਾਹ ਹੈ ਜਿਹੜੀ ਉਹ ਵੀ 2 ਸਾਲ ਪਹਿਲਾਂ ਬੰਨੀ ਗਈ ਹੈ। ਤੇ 547 ਅਧਿਆਪਕਾਂ ਨੇ ਵੀ ਇਹਦੇ ਤੇ ਪੂਰੇ ਪੰਜਾਬ 'ਚ ਇੱਕ ਸੰਘਰਸ਼ ਲਾਮਬੰਦ ਕਰਿਆ। ਉਹਨਾਂ ਨੇ ਮਰਨ ਵਰਤ ਵੀ ਰੱਖਿਆ, ਜਿਹਦੇ 'ਚ ਰੋਡੇ ਕਾਲਜ ਦੀ ਇੱਕ ਅਧਿਆਪਕਾ ਕਈ ਦਿਨ ਮਰਨ ਵਰਤ ਤੇ ਵੀ ਬੈਠੀ ਰਹੀ ਗਿੱਦੜਬਾਹੇ। ਤੇ ਸਾਡੀ ਜਥੇਬੰਦੀ ਨੇ ਜਾਂ ਪੰਜਾਬ ਦੇ ਵਿਦਿਆਰਥੀਆਂ ਨੇ ਉਹਨਾਂ ਦਾ ਸਪੋਰਟ ਕੀਤਾ ਕਿ ਇਹ PTA ਫੰਡ 'ਚੋਂ ਇਹਨਾਂ ਨੂੰ ਤਨਖਾਹ ਨਾ ਦਿੱਤੀ ਜਾਵੇ, ਸਰਕਾਰ ਦੇਵੇ। UGC ਦੀਆਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀਆਂ ਇਹ ਰਿਕਮੈਂਡੇਸ਼ਨਾਂ ਨੇਗੀਆਂ ਕਿ ਇਹ ਜਿਹੜੇ ਵਿਦਿਆਰਥੀਆਂ ਦੇ ਪੈਸੇ 'ਚੋਂ ਤਨਖਾਹ ਨਹੀਂ ਦਿੱਤੀ ਜਾ ਸਕਦੀ, ਇਹ ਸਿਰਫ ਵਿਦਿਆਰਥੀਆਂ ਦੇ ਵੈਲਫੇਅਰ ਲਈ ਵਰਤਿਆ ਜਾਊ। ਮਾਂ ਜੀ ਜਿਵੇਂ ਬਿਆਨ ਸਿੰਘ ਹੋਣਾ ਨੇ ਦੱਸਿਆ ਹੈ ਵੀ ਫੀਸਾਂ 'ਚ ਬਹੁਤ ਵੱਡੇ ਪੱਧਰ ਤੇ ਵਾਧਾ ਹੋ ਗਿਆ, 15 ਤੋਂ 20% ਜਿਹੜਾ ਵਾਧਾ ਹੈ ਉਹ ਬਹੁਤ ਵੱਡਾ ਵਾਧਾ ਹੈ। ਤੇ ਫਿਰ ਤੁਹਾਡੀ ਜਥੇਬੰਦੀ ਇਹਦੇ ਲਈ ਕੁਝ ਕਰ ਰਹੀ ਹੈ, ਸੋਚ ਰਹੀ ਹੈ? ਹਾਂਜੀ, ਅਸੀਂ ਇਹ ਕੱਲ ਹੀ 2 ਦਿਨ ਦੀ ਵਿਸਤਾਰੀ ਮੀਟਿੰਗ PSU ਦੀ ਸਟੇਟ ਕਮੇਟੀ ਦੀ ਹੋਈ ਹੈਗੀ ਆ, ਤੇ ਉਹਦੇ ਵਿੱਚ ਅਸੀਂ 3 ਇਸ਼ੂ ਨੇ ਜਿਹੜੇ ਪੰਜਾਬ ਪੱਧਰ ਦੇ ਖਾਸ ਜਿਹੜੇ ਇਸ ਸਮੇਂ ਭਖਵੇਂ ਇਸ਼ੂ ਨੇ ਉਹ ਅਸੀਂ ਟਾਰਗੇਟ ਕੀਤੇ ਨੇ ਕਿ ਇਹਨਾਂ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਇੱਕ ਵਿਦਿਆਰਥੀਆਂ ਦਾ ਅੰਦੋਲਨ ਜਿਹੜਾ ਖੜਾ ਕਰਾਂਗੇ। ਉਹਨਾਂ ਇਸ਼ੂਆਂ ਦੇ ਵਿੱਚ ਸਭ ਤੋਂ ਪਹਿਲਾ ਇਸ਼ੂ ਹੈ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਦਲਿਤ ਵਿਦਿਆਰਥੀਆਂ ਨੂੰ ਮਿਲਦੀ ਮੁਫਤ ਸਿੱਖਿਆ ਵਾਲਾ ਜਿਹੜਾ ਇਸ਼ੂ ਹੈਗਾ, ਤੇ ਦੂਸਰਾ ਹੈਗਾ ਕਿ ਫੀਸਾਂ 'ਚ ਵਾਧੇ ਦਾ। ਤੀਸਰਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਨੂੰ ਸਾਰੀਆਂ ਨੂੰ ਫ੍ਰੀ ਐਜੂਕੇਸ਼ਨ ਦਾ ਇਸ਼ੂ ਹੈਗਾ। ਇਹਨਾਂ ਤਿੰਨਾਂ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ, ਕਿਉਂਕਿ ਸੈਸ਼ਨ ਆ ਜਿਹੜਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ, ਸੈਸ਼ਨ ਦੇ ਸ਼ੁਰੂ ਦੇ ਵਿੱਚ ਅਸੀਂ ਜਿਹੜੀ ਵੱਡੀ ਇੱਕ ਲਾਮਬੰਦੀ ਉਹ ਕਰਨ ਜਾ ਰਹੇ ਹੈਗੇ। ਅਸੀਂ ਇਹ ਜਿਹੜਾ ਦਲਿਤ ਵਿਦਿਆਰਥੀਆਂ ਨੂੰ ਫ੍ਰੀ ਐਜੂਕੇਸ਼ਨ ਦਾ ਰੌਲਾ ਪੈ ਰਿਹਾ ਹੈ, ਹਾਂਜੀ, ਇਹਦੀ ਅਸਲੀਅਤ ਕੀ ਹੈ? ਕਿਉਂਕਿ ਪੰਜਾਬ ਦੇ ਕਿਸੇ ਵੀ ਕਾਲਜ 'ਚ ਕਿਸੇ ਦਲਿਤ ਵਿਦਿਆਰਥੀ ਨੂੰ ਫ੍ਰੀ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ। ਇਹ ਸਾਡੇ ਜਿਹੜੇ ਇਹ SC/ST ਭਲਾਈ ਵਿਭਾਗ ਦੇ ਚੇਅਰਮੈਨ ਹੈ ਰਜੇਸ਼ ਬਾਘਾ ਜੀ, ਲਗਾਤਾਰ ਉਹਨਾਂ ਦੇ ਅਖਬਾਰਾਂ 'ਚ ਬਿਆਨ ਆ ਰਹੇ ਨੇ, ਗਵਰਨਮੈਂਟ ਦੇ ਵੀ ਬਿਆਨ ਆ ਰਹੇ ਨੇ, ਪੰਜਾਬ ਗਵਰਨਮੈਂਟ ਦੇ, ਕਿ ਅਸੀਂ ਦਲਿਤਾਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਫ੍ਰੀ ਦਿੰਦੇ ਆ, ਜੋ ਸੈਂਟਰ ਨੇ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਜਿਹੜੀ ਉਹ ਲੈ ਕੇ ਆਂਦੀ ਹੈ ਇਹਨਾਂ ਨੇ। ਪਰ ਕੀ ਆ ਕਿ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਫਾਰਮ ਭਰੋ ਕਾਲਜਾਂ ਦੇ ਵਿੱਚ ਤੇ ਤੁਹਾਡੀ ਜਿਹੜੀ ਫੀਸ ਆ ਉਹ ਮਾਫ ਕੀਤੀ ਜਾਊਗੀ। ਪਹਿਲਾ ਸਵਾਲ ਤਾਂ ਇਹ ਹੈ ਕਿ ਜੇ ਵਿਦਿਆਰਥੀ ਪਹਿਲਾਂ ਇੱਕ ਵਾਰੀ ਫੀਸ ਦਿੰਦਾ ਹੈਗਾ ਤੇ ਉਹ ਫਿਰ ਕਦੋਂ ਮਾਫ ਹੋਣੀ ਹੈ, ਕਦੋਂ ਆਉਣੀ ਆ ਉਹ ਸਕਾਲਰਸ਼ਿਪ, ਉਹਦਾ ਕੋਈ ਪਤਾ ਨਹੀਂ। ਜੇ ਵਿਦਿਆਰਥੀ ਕੋਲੇ ਪਹਿਲਾਂ ਫੀਸ ਹੁੰਦੀ ਹੈ ਫਿਰ ਤਾਂ ਉਹ ਭਰ ਸਕਦਾ ਹੈਗਾ। ਅਸਲ ਸਵਾਲ ਤਾਂ ਇਹ ਹੈ ਕਿ ਇਹ ਜਿਹੜੀ ਇਹ ਉਹਨਾਂ ਦੀ ਫੀਸ ਆ ਉਹ ਪਹਿਲਾਂ ਮਾਫ ਹੋਣੀ ਚਾਹੀਦੀ ਜਦੋਂ ਕਾਲਜ 'ਚ ਐਡਮਿਸ਼ਨ ਲੈਂਦੇ ਹੈਗੇ ਨੇ। ਇਹ ਹੈਗਾ ਕਿ ਗਵਰਨਮੈਂਟ ਇਹ ਕਹੀ ਜਾ ਰਹੀ ਹੈ ਪਰ ਵਿਦਿਆਰਥੀ ਨੂੰ ਕਿਸੇ ਪਾਸੇ ਵੀ ਕੋਈ ਪੈਸਾ ਜਿਹੜਾ ਉਹ ਨਹੀਂ ਆ ਰਿਹਾ ਹੈਗਾ, ਤੇ ਸਿਰਫ ਇਹ ਦਿਖਾਵਾ ਹੀ ਆ ਕਿ ਇਹ ਸਕੀਮ ਹੈ ਜਿਹੜੀ ਲਾਗੂ ਕੀਤੀ ਜਾ ਰਹੀ ਹੈ। ਤੇ ਦਲਿਤਾਂ ਦੀ ਤਾਂ ਅੱਜ ਹਾਲਤ ਇਹ ਹੈ ਕਿ ਉਹਨਾਂ 'ਚ ਸਕੂਲਾਂ ਦੇ ਵਿੱਚ ਵੀ, ਤੁਸੀਂ ਕਿਹਾ ਵੀ ਉੱਚ ਵਿੱਦਿਆ ਦਾ ਅਸੀਂ ਜ਼ਿਕਰ ਕਰਾਂਗੇ, ਸਕੂਲਾਂ 'ਚ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਡਰਾਪ ਆਊਟ ਰੇਸ਼ੋ ਹੈ ਜਿਹੜੀ ਉਹ 60% ਹੈ 10ਵੀਂ ਤੱਕ। ਯਾਨੀ ਕਿ ਪਹਿਲੀ ਤੋਂ ਲੈ ਕੇ 10ਵੀਂ ਤੱਕ ਜਾਂਦੇ 100 ਬੱਚਿਆਂ 'ਚੋਂ 60 ਵਿਦਿਆਰਥੀ ਨੇ ਜਿਹੜੇ ਉਹ ਘਰਾਂ 'ਚ ਬੈਠ ਜਾਂਦੇ ਨੇ, ਸਿਰਫ 40 ਬੱਚੇ 10ਵੀਂ ਤੱਕ ਪਹੁੰਚਦੇ ਨੇ। ਇਸ ਕਰਕੇ ਸਕੀਮ ਆਈ ਸੀਗੀ ਤੇ ਉਹ ਸਕੀਮ ਦੇ ਵਿੱਚ ਵੀ ਹੁਣ ਘਪਲੇਬਾਜ਼ੀਆਂ ਨੇ ਜਿਹੜੀਆਂ ਉਹ ਸਾਡੇ ਸਾਹਮਣੇ ਨੇ ਜਿਹੜੀਆਂ ਆ ਰਹੀਆਂ ਨੇ। ਇਸ ਕਰਕੇ ਇਸ ਭਖ ਦੇ ਮੁੱਦੇ ਨੂੰ ਅਸੀਂ ਨੇ ਜਿਹੜਾ ਟੇਕ ਓਵਰ ਹੈ ਜਿਹੜਾ ਕਰਨ ਦੀ ਇਸ ਵਾਰ ਅਸੀਂ ਕੋਸ਼ਿਸ਼ ਕਰਾਂਗੇ, ਲਾਮਬੰਦੀ ਹੈ ਜਿਹੜੀ ਪੰਜਾਬ ਦੇ ਵਿੱਚ ਕਰਾਂਗੇ ਤੇ ਮੁੱਦਾ ਲੋਕਾਂ ਦੇ ਸਾਹਮਣੇ ਜਿਹੜਾ ਲੈ ਕੇ ਆਵਾਂਗੇ। ਤੁਸੀਂ ਸਕੂਲਾਂ ਦੀ ਗੱਲ ਕੀਤੀ ਹੈ ਤੇ ਸਕੂਲਾਂ ਦੇ ਮਾਮਲੇ ਦੇ ਵਿੱਚ ਤੇ ਇਹ ਵੀ ਅਖਬਾਰਾਂ 'ਚ ਪੜ੍ਹਨ ਸੁਣਨ ਨੂੰ ਮਿਲਿਆ ਹੈ ਕਿ ਵੱਡੇ ਪੱਧਰ ਤੇ ਇਹ ਸਾਇੰਸ ਦੀਆਂ ਕਿੱਟ ਦਾ ਕਪੜਾ ਹੋਇਆ ਹੈ, ਕੁਝ ਕਿਤਾਬਾਂ ਦੇ ਕਪੜੇ ਹੋਏ ਨੇ। ਮਾਨ ਸਾਹਿਬ ਉਹਦੀ ਕੀ ਅਸਲੀਅਤ ਹੈ, ਕੀ ਆ ਉਹ ਬੇਸਿਕਲੀ ਜਿਹੜਾ ਹੈਗਾ ਕਿ ਇਹ ਐਜੂਕੇਸ਼ਨ ਦੇ ਵਿੱਚ ਜਿੱਦਾਂ ਹੁਣ ਇਹ ਚਰਚਾ 'ਚ ਆਇਆ ਕਿ ਐਜੂਕੇਸ਼ਨ 'ਚ ਕਰਪਸ਼ਨ ਹੋ ਰਹੀ ਹੈਗੀ ਆ। ਅਸਲ 'ਚ ਟੋਟਲ ਐਜੂਕੇਸ਼ਨ ਦੇ ਸਿਸਟਮ 'ਚ ਕਰਪਸ਼ਨ ਦਾ ਇਸ਼ੂ ਹੈਗਾ ਦਾ, ਇਸ ਨੂੰ ਸਾਰੇ ਨੂੰ ਨਿਭਾਉਣ ਦੀ ਜਿਹੜੀ ਲੋੜ ਆ ਉਹ ਬਣਦੀ ਹੈਗੀ ਆ ਇਹ, ਕਿਉਂਕਿ ਕਰਪਸ਼ਨ ਐਜੂਕੇਸ਼ਨ 'ਚ ਥਾਂ ਤੇ ਹੈਗੀ ਆ ਇਹ। ਜਿੱਥੇ ਕਰਪਸ਼ਨ ਆ ਜਿਹੜੇ ਸਾਡੇ ਇਹ ਮੰਤਰੀ ਨੇ ਜਾਂ ਇਸ ਮਹਿਕਮੇ ਨਾਲ ਰਿਲੇਟਡ ਹੋਰ ਲੋਕ ਕਰਦੇ ਹੈਗੇ ਨੇ, ਉੱਥੇ ਜਿਹੜੇ ਇਹ ਪ੍ਰਾਈਵੇਟ ਇੰਸਟੀਚਿਊਟ ਨੇ
ਇਹ ਤਾਂ ਸਿੱਧੇ ਵਿਦਿਆਰਥੀ ਲੁੱਟ ਕਰ ਰਹੇ ਨੇ। ਇਹ ਵੀ ਆਪਦੇ ਆਪ ਦੇ ਵਿੱਚ ਇੱਕ ਵੱਡੀ ਕਰਪਸ਼ਨ ਹੈਗੀ ਆ ਕਿ ਉਹ ਇਹ ਕਹਿੰਦੇ ਨੇ ਕਿ ਤੁਸੀਂ ਪੈਸੇ ਦਿਓ ਤੇ ਡਿਗਰੀ ਲੈ ਜਾਓ। ਇਹ ਹਨਾ ਉਹ ਕੰਪੀਟੀਸ਼ਨ ਇੱਕ ਦੂਜੇ ਤੇ ਲੱਗਿਆ ਹੋਇਆ ਕਿਹੜਾ ਵੱਧ ਡਿਗਰੀ ਲੈਂਦਾ ਤੇ ਕਿਹੜਾ ਉਹ ਮੁਨਾਫਾ ਜਿਹੜਾ ਉਹ ਕਮਾਉਂਦਾ ਹੈਗਾ ਇਹ। ਕਿਉਂਕਿ ਇੰਨੀਆਂ ਸੰਸਥਾਵਾਂ ਪ੍ਰਾਈਵੇਟ ਜਿਹੜੀਆਂ ਇੱਥੇ ਖੁੱਲ ਚੁੱਕੀਆਂ ਹੈਗੀਆਂ ਨੇ ਕਿ ਇੰਨੇ ਇੱਥੇ ਵਿਦਿਆਰਥੀ ਨਹੀਂ ਹੈਗੇ ਤੇ ਉਹਨਾਂ ਕੋਲ ਪੈਸੇ ਨਹੀਂ ਹੈਗੇ ਕਿ ਕਿੰਨੇ ਉੱਥੇ ਜਾਣਗੇ ਇਹ। ਅੱਜ ਲੋਕ ਇੰਨੀਆਂ ਫੀਸਾਂ ਨੇ ਉਹ ਤਰਾ ਕਰਦੇ ਹੈਗੇ ਨੇ ਕਿਉਂਕਿ ਕੋਈ ਵੀ ਜਿਹੜੇ ਗਵਰਨਮੈਂਟ ਦੀ ਇੱਕ ਲਿਮਿਟੇਸ਼ਨ ਆ, ਗਵਰਨਮੈਂਟ ਫੀਸਾਂ ਨਿਰਧਾਰਿਤ ਕਰਦੀ ਹੈ ਕਿ ਇੰਨੀਆਂ ਫੀਸਾਂ ਹੈਗੀਆਂ ਨੇ, ਉਹ ਤੇ ਕੋਈ ਨਹੀਂ ਚੱਲਦਾ। ਆਪਦੀ ਮਨਮਰਜ਼ੀ ਨਾਲ ਡੋਨੇਸ਼ਨਾਂ ਦੇ ਨਾਮ ਦੇ ਥੱਲੇ ਹੋਰ ਵੱਖਰੇ ਵੱਖਰੇ ਨਾਮ ਦੇ ਥੱਲੇ ਫੀਸਾਂ ਨੇ ਵਸੂਲੀਆਂ ਜਾਂਦੀਆਂ ਹੈਗੀਆਂ ਨੇ। ਇਹ ਇੰਨੇ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਫੰਡ ਨੇ ਉਹ ਵਿਦਿਆਰਥੀਆਂ ਨੂੰ ਵਸੂਲੇ ਜਾਂਦੇ ਨੇ ਵੱਖਰੇ ਵੱਖਰੇ ਨਾਵਾਂ ਦੇ ਥੱਲੇ ਕਿ ਇਸ ਸਮੇਂ ਐਜੂਕੇਸ਼ਨ ਆ ਜਿਹੜੀ ਵਿਦਿਆਰਥੀਆਂ ਦੇ ਹੱਥੋਂ ਹੌਲੀ ਹੌਲੀ ਜਾ ਰਹੀ ਆ। ਅਸੀਂ ਸਮਝਦੇ ਹਾਂ ਕਿ ਜਿਹੜੀ ਐਜੂਕੇਸ਼ਨ ਆ ਉਹ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰੇ ਹੋ ਚੁੱਕੀ ਹੈਗੀ ਆ ਇਹ, ਤੇ ਅੱਜ ਮੱਧ ਵਰਗ ਦੀ ਪਹੁੰਚ ਦੇ ਵਿੱਚ ਹੈਗੀ ਆ ਤੇ ਉਹ ਵੀ ਹੌਲੀ ਹੌਲੀ ਉਹਨਾਂ ਦੇ ਹੱਥੋਂ ਜਿਹੜੀ ਨਿਕਲਦੀ ਜਾ ਰਹੀ ਹੈਗੀ ਆ। ਲੈ ਸਕਦੇ ਤੁਸੀਂ 4% ਵਿਦਿਆਰਥੀ ਪੇਂਡੂ ਵਿਦਿਆਰਥੀਆਂ ਦੀ ਗੱਲ ਕੀਤੀ। ਮੈਂ ਦੱਸ ਦੇਵਾਂ ਕਿ 12% ਵਿਦਿਆਰਥੀ ਹੀ ਜਿਹੜੇ ਉੱਚ ਸਿੱਖਿਆ ਪ੍ਰਾਪਤ ਕਰ ਪਾਉਂਦੇ ਸ਼ਹਿਰਾਂ ਦੇ ਵੀ, ਜਿਹੜੇ 88% ਲੋਕ ਨੇ ਇਸ ਸਿਸਟਮ ਤੋਂ ਬਾਹਰ ਨੇ। ਮੈਂ ਇਸ 12ਵੀਂ ਜਿਹੜੀ ਇਹ ਪਲਾਨ ਹੈ ਉਹਦੇ ਵਿੱਚ ਜਿਹੜੀ ਐਜੂਕੇਸ਼ਨ ਨੂੰ ਨਿੱਜੀ ਕਰਨ ਵੱਲ ਜਿਹੜੀ ਗੁਰਮੁਖ ਸਿੰਘ ਹੋਣਾ ਨੇ ਗੱਲ ਵੀ ਕੀਤੀ ਹੈ ਕਿ ਨਿੱਜੀ ਕਰਨ ਵੱਲ ਜਾਂ ਨਿੱਜੀ ਯੂਨੀਵਰਸਿਟੀਆਂ ਜਾਂ ਆਟੋਨਮਸ ਕਾਲਜ, ਇਹਦੇ ਨਾਲ ਕੀ ਲੱਗਦਾ ਕਿ ਜਿਹੜੇ ਗਰੀਬ ਲੋਕ ਨੇ, ਮੱਧ ਵਰਗੀ ਲੋਕ ਨੇ ਪਿੰਡਾਂ ਦੇ ਤੇ ਸ਼ਹਿਰਾਂ ਦੇ, ਕੀ ਉਹ ਐਜੂਕੇਸ਼ਨ ਤੋਂ ਹੋਰ ਪਿੱਛੇ ਨੂੰ ਨਹੀਂ ਧੱਕੇ ਜਾਣਗੇ? ਬਿਲਕੁਲ, ਮੈਂ ਡਾਕਟਰ ਸਾਹਿਬ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿਉਂਕਿ ਜਿਹੜੀ ਪਹਿਲਾਂ 1992 ਵਾਲੀਆਂ ਪਾਲਿਸੀਆਂ ਦੀ ਅਸੀਂ ਗੱਲ ਕੀਤੀ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਹੈਗਾ ਵੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜਿਹੜੀ ਬੰਦੇ ਵਾਲੀ ਗੱਲ ਹੈ ਜਿਹੜੀ ਤੁਸੀਂ ਨੇ ਕੀਤੀ ਵੀ ਸਿੱਖਿਆ ਜਿਹੜੀ ਉਹ ਮਨੁੱਖ ਨੂੰ ਅਸਲ ਦੇ ਵਿੱਚ ਮਨੁੱਖ ਦਾ ਉਹਨੂੰ ਅਹਿਸਾਸ ਕਰਾਉਣ ਦੇ ਲਈ ਹੈ ਜਿਹੜੀ ਉਹ ਹੁੰਦੀ ਹੈਗੀ। ਪਰ ਇੱਥੇ ਹੈ ਜਿਹੜਾ ਉਦੋਂ ਬਾਅਦ ਚ ਸਾਡੀ ਜਿਹੜੀ ਵੈਲਫੇਅਰ ਸਟੇਟ ਦਾ ਬੁਰਕਾ ਲਾਤਾ ਸਾਡੀ ਭਾਰਤ ਸਰਕਾਰ ਨੇ, ਤਾਂ ਉਸ ਤੋਂ ਬਾਅਦ ਇਸ ਨੂੰ ਮੈਰਿਟ ਗੁੱਡ ਦੇ ਵਿੱਚੋਂ ਕੱਢ ਕੇ ਐਜੂਕੇਸ਼ਨ ਨੂੰ ਕੰਜ਼ਿਊਮਰ ਗੁੱਡ ਦੇ ਵਿੱਚ ਜਿਹੜਾ ਲੈ ਆਏ। ਉਸ ਤੋਂ ਬਾਅਦ ਹੌਲੀ ਹੌਲੀ ਕਿਸੇ ਤਰੀਕੇ ਦੇ ਨਾਲ ਵੀ ਇਹ ਤੋਂ ਹੱਥ ਹੈ ਜਿਹੜੇ ਪਿੱਛੇ ਖਿੱਚੀਏ, ਕਿਉਂਕਿ ਕਿਸੇ ਵੀ ਸਟੇਟ ਜਾਂ ਕਿਸੇ ਵੀ ਦੇਸ਼ ਦੀ ਹੈ ਜਿਹੜੀ ਅਸੀਂ ਤਰੱਕੀ ਹੈ ਜਿਹੜੀ ਉਹਦੀ ਐਜੂਕੇਸ਼ਨ ਤੇ ਹੈਲਥ ਤੋਂ ਹੈ ਜਿਹੜਾ ਉਹ ਵੇਖਦੇ ਆਂਗੇ। ਤੇ ਅੱਜ ਇਹ ਦੋਨੇ ਚੀਜ਼ਾਂ ਖਾਸ ਤੌਰ ਤੇ ਹਿੰਦੁਸਤਾਨ ਤੇ ਪੰਜਾਬ ਦੇ ਲਈ ਬਹੁਤ ਵੱਡੇ ਸਵਾਲ ਨੇ ਜਿਹੜੇ ਹੈਲਥ ਤੇ ਐਜੂਕੇਸ਼ਨ ਦੇ ਬਣੇ ਹੋਏ ਨੇ, ਤੇ ਐਜੂਕੇਸ਼ਨ ਨੂੰ ਕੰਜ਼ਿਊਮਰ ਗੁੱਡ 'ਚ ਹੌਲੀ ਹੌਲੀ ਲੈ ਕੇ ਜਾ ਰਹੇ ਨੇ। ਜਿਹੜੀ ਇਹ 12ਵੀਂ ਯੋਜਨਾ ਦੀ ਤੁਸੀਂ ਗੱਲ ਕੀਤੀ, ਸਰਕਾਰ ਨੇ ਅਸਲ 'ਚ ਆਪਣਾ ਵੀ ਅਸੀਂ ਥੋੜਾ ਜਿਹਾ ਲੋਕ ਪੱਖੀ ਮਖੌਟਾ ਵੀ ਹੈ ਜਿਹੜਾ ਰੱਖੀਏ ਵੀ ਅਸੀਂ ਸਿੱਧੇ ਤੌਰ ਤੇ ਜੇ ਅਸੀਂ ਇਹਨਾਂ ਇੰਸਟੀਚਿਊਟਾਂ ਨੂੰ ਵੇਚ ਦਿਆਂਗੇ ਤਾਂ ਉਹਨਾਂ ਨੇ ਹੌਲੀ ਹੌਲੀ ਪਹਿਲਾਂ ਪ੍ਰਾਈਵੇਟ ਐਸਟੈਬਲਿਸ਼ ਕੀਤੇ ਇੰਸਟੀਚਿਊਟ। ਹੁਣ ਕੇਂਦਰ ਸਰਕਾਰ ਹੈ ਜਿਹੜੀ ਇਸ ਨੂੰ PPP ਦੀ ਪਾਲਿਸੀ ਦੇ ਰਾਹੀਂ ਹੈ ਜਿਹੜਾ ਇਹਨਾਂ ਇੰਸਟੀਚਿਊਟਾਂ ਨੂੰ ਪ੍ਰਾਈਵੇਟ ਕਰ ਰਹੀ ਹੈ, ਜਿਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਂ ਹੇਠ ਲੈ ਕੇ ਆ ਰਹੀ ਹੈ। ਯਾਨੀ ਕਿ ਕੋਈ ਵੀ ਬੰਦਾ ਇਸ ਇੰਸਟੀਚਿਊਟ ਦੇ ਵਿੱਚ ਕੋਈ ਕਹਦੇ ਵੀ ਆ ਐਜੂਕੇਸ਼ਨ ਇੰਸਟੀਚਿਊਟ 'ਚ ਪਾਰਟਨਰਸ਼ਿਪ ਕਰ ਸਕਦਾ ਹੈ, ਉਸ ਨੂੰ ਪਬਲਿਕ ਦੇ ਨਾਂ ਹੇਠ ਹੈ ਜਿਹੜਾ ਦੇ ਕੇ ਉਹਨੂੰ ਇਸ ਨਾਂ ਹੇਠ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ। ਉਹਦੇ ਚੋਂ ਮਨਮਰਜ਼ੀ ਦੀਆਂ ਫੀਸਾਂ ਤੈਅ ਕਰੂਗਾ, ਮਨਮਰਜ਼ੀ ਦੇ ਕੋਰਸ ਨੇ ਜਿਹੜੇ ਉਹ ਤੈਅ ਕਰੂਗਾ, ਉਹਦੇ 'ਚ ਟੀਚਰਾਂ ਦੀ ਤਨਖਾਹ ਕਿੰਨੀ ਹੋਊਗੀ ਉਹ ਹੈ ਜਿਹੜਾ ਤੈਅ ਕਰੂਗਾ। ਜਿਵੇਂ ਤੁਸੀਂ ਆਟੋਨਮਸ ਬੋਡੀ ਵਾਲੀ ਹੈ ਜਿਹੜੀ ਉਹ ਗੱਲ ਕੀਤੀ, ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਇੱਕ ਸਿੱਖਿਆ ਨੂੰ ਅੱਜ ਮੁਨਾਫਾ ਆਧਾਰਿਤ ਵਸਤੂ ਦੇ ਰੂਪ 'ਚ ਹਿੰਦੁਸਤਾਨ 'ਚ ਇਸ ਨੂੰ ਦੇਖਿਆ ਜਾ ਰਿਹਾ ਹੈਗਾ। ਜਿਹੜੇ ਇਹਦੇ 'ਚ ਵੱਡੇ ਘਰਾਣੇ ਤੇ ਵੱਡੇ ਲੋਕ ਆ ਰਹੇ ਨੇ ਉਹ ਇੱਕ ਤਰ੍ਹਾਂ ਦੇ ਨਾਲ ਇਸ ਨੂੰ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਲੈ ਕੇ ਆ ਰਹੇ ਨੇ ਵੀ ਅਸੀਂ ਇਹਦੇ 'ਚ 1 ਕਰੋੜ ਇਨਵੈਸਟਮੈਂਟ ਕਰੀਏ ਤੇ ਬਦਲੇ ਦੇ ਵਿੱਚ ਅਸੀਂ ਆ ਜਿਹੜਾ 10 ਕਰੋੜ ਰੁਪਇਆ 1 ਸਾਲ ਦੇ ਵਿੱਚ ਆ ਜਿਹੜਾ ਕਮਾਈਏ। ਤਾਂ ਇਸ ਕਰਕੇ ਇਹਦੇ 'ਚ ਬਹੁਤ ਵੱਡਾ ਕਲੈਪਸ ਐਜੂਕੇਸ਼ਨ ਦਾ ਹੋ ਚੁੱਕਿਆ ਹੈਗਾ ਤੇ ਇਹ ਐਜੂਕੇਸ਼ਨ ਲੋਕਾਂ ਤੋਂ ਦੂਰ ਵੀ ਹੈ ਜਿਹੜੀ ਜਾ ਰਹੀ ਹੈ। ਤੇ ਇਹਦੇ 'ਚ ਖਾਂਦੇ ਪੀਂਦੇ ਘਰਾਂ ਦੇ ਜਿਹੜੇ ਲੋਕ ਨੇਗੇ, ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਵੀ ਹੈ ਜਿਹੜੇ ਉਹਨਾਂ ਦੇ ਵੀ ਬਸੋਂ ਬਾਹਰ ਹੋ ਰਹੀ ਹੈ। ਕਰਾਲੀ ਦੇ ਵਿੱਚ ਉੱਥੇ ਇੱਕ ਪ੍ਰਾਈਵੇਟ ਸਕੂਲ ਹੈ ਜਿੱਥੇ ਬਹੁਤ ਜ਼ਿਆਦਾ ਫੀਸ ਲਈ ਜਾਂਦੀ ਹੈ। ਉੱਥੇ ਵੀ ਮਾਪਿਆਂ ਨੇ ਆਪਦੀਆਂ ਕਾਰਾਂ ਨੇ ਜਿਹੜੀਆਂ ਸੜਕਾਂ ਦੇ ਉੱਤੇ ਰੋਕ ਕੇ ਜਿਹੜਾ ਜਾਮ ਲਾਇਆ ਵੀ ਇਹਨਾਂ ਨੇ ਇਸ ਵਾਰ ਫੀਸਾਂ ਨਜਾਇਜ਼ ਵਧਾਈਆਂ ਨੇ। ਰੋਪੜ ਦੇ ਵਿੱਚ ਓਲਡ ਸਟੂਡੈਂਟ ਐਸੋਸੀਏਸ਼ਨ ਹੈ ਜਿਹੜੀ ਉਹ ਬਣੀ ਹੋਈ ਹੈ, ਉਹਨਾਂ ਨੇ ਉੱਥੇ ਆ ਜਿਹੜਾ ਪ੍ਰੋਟੈਸਟ ਕਰੇ ਕਿ ਜਿਹੜੇ ਪ੍ਰਾਈਵੇਟ ਸਕੂਲ ਨੇਗੇ ਹਰ ਸਾਲ ਆ ਜਿਹੜੀਆਂ ਇਹ ਨਜਾਇਜ਼ ਫੀਸਾਂ ਨੇ ਜਿਹੜੀਆਂ ਵਧਾਉਂਦੇ ਨੇਗੇ। ਇਸ ਕਰਕੇ ਐਜੂਕੇਸ਼ਨ ਦਾ ਮਸਲਾ ਹੈ ਜਿਹੜਾ ਸਿੱਖਿਆ ਦਾ ਮਸਲਾ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਕੇਂਦਰੀ ਸਵਾਲ ਬਣ ਕੇ ਲੋਕਾਂ ਦੇ ਸਾਹਮਣੇ ਆ ਰਹੇ ਹੈ। ਮਾਨ ਜੀ, ਤੁਹਾਨੂੰ ਨਹੀਂ ਏਦਾਂ ਲੱਗਦਾ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹੜੀ PPP ਦੀ ਪਾਲਿਸੀ ਦੀ ਗੱਲ ਸਰਦਾਰ ਬੇਅੰਤ ਸਿੰਘ ਹੋਣਾ ਕੀਤੀ ਹੈ ਵੀ ਇਹਦੇ ਨਾਲ ਜਿਹੜੇ ਵੱਡੇ ਸਾਮਰਾਜੀ ਘਰਾਣੇ ਨੇ, ਸੰਸਾਰ ਪੱਧਰ ਦੇ ਜਿਹੜੇ ਸਰਮਾਏਦਾਰ ਨੇ, ਉਹ ਸਾਡੀ ਐਜੂਕੇਸ਼ਨ ਤੇ ਕਾਬਜ ਹੋ ਜਾਣਗੇ,
ਫਿਰ ਇਸ ਤਰ੍ਹਾਂ ਦਾ ਇਨਸਾਨ ਉਹ ਘੜਨਗੇ ਇਹਨਾਂ ਯੂਨੀਵਰਸਿਟੀਆਂ 'ਚ, ਇਹਨਾਂ ਕਾਲਜਾਂ 'ਚ, ਜਿਹੜਾ ਉਹਨਾਂ ਦੇ ਹਿੱਤਾਂ ਦੀ ਰਾਖੀ ਕਰੇਗਾ। ਇਦਾਂ ਨਹੀਂ ਲੱਗਦਾ ਤੁਹਾਨੂੰ? ਹਾਂਜੀ, ਮੈਂ ਤੁਹਾਨੂੰ ਇੱਕ ਉਦਾਹਰਨ ਵੀ ਦਿੰਦਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ITIਆਂ ਦੇ ਵਿੱਚ ਇੱਕ ਐਜੀਟੇਸ਼ਨ ਲੜੀ, ਉਹ ਵੀ ਇਸ PPP ਦੀ ਪਾਲਿਸੀ ਨਾਲ ਸੰਬੰਧਿਤ ਸੀ। ਠੀਕ ਹੈ ਕਿ ਗਵਰਨਮੈਂਟ ਨੇ ਫੈਸਲਾ ਕੀਤਾ ਕਿ PPP ਦੀ ਪਾਲਿਸੀ ਦੇ ਤਹਿਤ ਜਿਹੜੀਆਂ ITI ਨੇ ਉਹਨਾਂ ਦੇ ਵਿੱਚ ਜਿਹੜੀ ਇਹ ਕੰਪਨੀਆਂ ਨੇ ਉਹਨਾਂ ਦੀ ਪਾਰਟਨਰਸ਼ਿਪ ਆ ਜਿਹੜੀ ਉਹ ਕੀਤੀ ਜਾਊਗੀ, ਉਹ ਜਿਹਦੇ ਵਿੱਚ ਮਲਟੀਨੈਸ਼ਨਲ ਕਾਰਪੋਰੇਸ਼ਨ, ਹਾਂ, ਇੱਥੇ ਹਿੰਦੁਸਤਾਨ ਦੀਆਂ ਵੀ ਸੀ ਉਹ ਤੇ ਹਿੰਦੁਸਤਾਨ ਦੀਆਂ ਬਾਹਰਲੀਆਂ ਵੀ ਕੁਝ ਕੰਪਨੀ ਸੀ ਜਿਨ੍ਹਾਂ ਨੇ ਇਹ ITI ਨੇ ਲਈਆਂ, ਆਪਦੇ ਕੰਟਰੋਲ 'ਚ ਲਈਆਂ। ਅਸਲ ਦੇ ਵਿੱਚ ਕੀ ਆ ਕਿ ਇਹ ਹੌਲੀ ਹੌਲੀ ਜਿਹੜੀ ਇਹ ਵਿਦੇਸ਼ੀ ਕੰਪਨੀਆਂ ਨੇ ਉਹ ਹੌਲੀ ਹੌਲੀ ਇੱਥੇ ਕੰਟਰੋਲ ਆ ਜਿਹੜਾ ਲਗਾਤਾਰ ਕਰਦੀਆਂ ਜਾ ਰਹੀਆਂ ਹੈਗੀਆਂ ਨੇ, ਕਿਉਂਕਿ ਜਿੰਨੀ ਐਜੂਕੇਸ਼ਨ ਆ ਇਹ ਜਿਹੜੀ ਇਹ ਦੇ ਰਹੇ ਨੇ, ਇਹਨਾਂ ਦਾ ਜਿਹੜਾ ਇੱਕ ਪੂਰੀ ਇਹਨਾਂ ਦੀ ਪਾਲਿਸੀ ਆ ਉਹ ਇਹ ਨਹੀਂ ਚਾਹੁੰਦੇ ਹੈਗੇ ਕਿ ਇੱਥੇ ਦੇ ਸਾਰੇ ਲੋਕ ਪੜ੍ਹਨ। ਠੀਕ ਹੈ। ਜਿੱਦਾਂ ਅਸੀਂ ਆਮ ਤੌਰ ਤੇ ਵਿਦਿਆਰਥੀਆਂ 'ਚ ਗੱਲ ਵੀ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਹਿੰਦੁਸਤਾਨ ਅਜੇ ਵੀ ਆਜ਼ਾਦ ਨਹੀਂ ਹੋਇਆ ਤੇ ਇਹਦਾ ਐਜੂਕੇਸ਼ਨ ਸਿਸਟਮ ਵੀ ਆਜ਼ਾਦ ਨਹੀਂ ਹੋਇਆ। ਅੱਜ ਵੀ ਹਿੰਦੁਸਤਾਨ 'ਚ ਉਹੀ ਲਾਰਡ ਮੈਕਾਲੇ ਵਾਲੀ ਜਿਹੜੀ ਪਾਲਿਸੀ ਆ ਉਹ ਇੱਥੇ ਜਿਹੜੀ ਇੰਪਲੀਮੈਂਟ ਉਹ ਕੀਤੀ ਹੋਈ ਆ ਕਿ ਇੱਥੋਂ ਸਸਤੇ ਕਲਰਕ ਪੈਦਾ ਕਰਦੀਆਂ ਨੇ ਕੰਪਨੀਆਂ, ਹਨਾ, ਵੀ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਸਤੇ ਕਲਰਕ ਨੇ ਉਹ ਮਿਲਣ, ਤਾਂ ਕਿ ਇੱਕ ਜ਼ਿਆਦਾ ਦੀ ਗਿਣਤੀ ਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਉਹ ਸਸਤੇ ਮਿਲ ਸਕਦੇ ਹੈਗੇ ਨੇ। ਕਿਉਂਕਿ ਅੱਜ ਜਿੱਦਾਂ ਦੇਖਦੇ ਹਾਂ ਕਿ ਧੜ ਨੇ ਜਿਹੜੇ ਇਹ ਪੋਲੀਟੈਕਨਿਕ ਜਾਂ ਇੰਜੀਨੀਅਰਿੰਗ ਕਾਲਜ ਖੁੱਲ ਰਹੇ ਹੈਗੇ ਨੇ, ਇਹਨਾਂ ਦਾ ਮਤਲਬ ਆ ਕਿ ਇੱਥੇ ਜਿਹੜੇ ਇਹ ਤਿਆਰ ਹੋਣਗੇ ਉਹਨਾਂ ਦੇ ਲਈ ਇਹ ਇੱਥੇ ਕਾਮੇ ਨੇ ਜਿਹੜੇ ਇਹ, ਤਾਂ ਉਹਨਾਂ ਜੇ ਜ਼ਿਆਦਾ ਹੋਣਗੇ ਤਾਂ ਉਹ ਸਸਤੇ ਮਿਲਣਗੇ, ਜੇ ਘੱਟ ਹੋਣਗੇ ਤਾਂ ਉਹ ਜ਼ਿਆਦਾ ਲੈਣਗੇ। ਤਾਂ ਇੱਥੇ ਉਹਨਾਂ ਦਾ ਸਿਰਫ ਪੜ੍ਹਾਉਣ ਦਾ ਇੰਨਾ ਕੀ ਮਕਸਦ ਆ ਕਿ ਇਹ ਸਿਸਟਮ ਚੱਲਦਾ ਰਹੇ ਤੇ ਉਹਨਾਂ ਦੇ ਜਿਹੜੇ ਇਹ ਕੰਪਨੀਆਂ ਨੇ ਉਹਨਾਂ ਲਈ ਸਸਤੇ ਕਲਰਕ ਪੈਦਾ ਕੀਤੇ ਜਾ ਸਕਦੇ ਹੋਣ। ਇਹ ਵੱਡੇ ਵੱਡੇ ਕੰਪਨੀਆਂ ਦੇ ਵੱਡੇ ਵੱਡੇ ਸਾਈਨ ਬੋਰਡ ਪੜ੍ਹਨ ਦੇ ਲਈ, ਉਹਨਾਂ ਦੇ ਵਪਾਰ ਨੂੰ ਚਲਾਉਣ ਦੇ ਲਈ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਇੱਥੇ ਦੇ ਵਿਦਿਆਰਥੀ ਲਈ ਸਪੈਸ਼ਲ ਜਿਹੜਾ ਉਹ ਪਾਠਕ੍ਰਮ ਸਿਲੇਬਸ ਤਿਆਰ ਕੀਤਾ ਜਾ ਰਿਹਾ। ਹਾਂਜੀ, ਇਹ ਸਾਰਾ ਕੁਝ ਉਸ ਵੇਲੇ ਹੋ ਰਿਹਾ ਹੈ ਜਦੋਂ ਦੇਸ਼ ਗਦਰੀ ਬਾਬਿਆਂ ਦੀ ਇੱਕ ਸ਼ਤਾਬਦੀ ਮਨਾਉਣ ਜਾ ਰਿਹਾ। ਹਾਂਜੀ, ਬੇਅੰਤ ਸਿੰਘ ਜੀ, ਤੁਸੀਂ ਇਹ ਦੱਸੋ ਵੀ ਇਹ ਕੀ ਕੀਤਾ ਜਾਵੇ ਕਿ ਐਜੂਕੇਸ਼ਨ ਆਪਣੇ ਵੱਡੇ ਜਿਹੜੇ ਮਨੋਰਥ ਨੇ ਉਹਨਾਂ ਨਾਲ ਜੁੜੇ, ਜਿਹੜੇ ਸਮਾਜ ਕਲਿਆਣ ਦੇ ਮਨੋਰਥ ਨੇ ਉਹਨਾਂ ਨਾਲ ਜੁੜੇ, ਕੀ ਕੀਤਾ ਜਾਣਾ ਚਾਹੀਦਾ? ਦੇਖੋ ਜੀ, ਜਿਵੇਂ ਤੁਸੀਂ ਨੇ ਪਹਿਲਾਂ ਗੱਲ ਕਰੀ ਤੇ ਵਿੱਚ ਮਾਨ ਸਾਹਿਬ ਹੋਰਾਂ ਨੇ ਵੀ ਇਹ ਗੱਲ ਕੀਤੀ ਕਿ ਐਜੂਕੇਸ਼ਨ ਦਾ ਪਰਪਸ ਹੈ ਜਿਹੜਾ ਉਹ ਇੱਕ ਚੰਗੇ ਮਨੁੱਖ ਪੈਦਾ ਕਰਨਾ ਹੁੰਦਾ ਹੈ। ਪਰ ਸਾਡੇ ਸਾਹਮਣੇ ਸਵਾਲ ਫਿਰ ਇੱਥੇ ਆ ਜਾਂਦਾ ਹੈ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ, ਜਿਹ 'ਚ ਤੁਸੀਂ ਸਿਲੇਬਸ ਦੀ ਵੀ ਗੱਲ ਕੀਤੀ, ਉਹਨੂੰ ਤਿਆਰ ਕਰਨ ਵਾਲੇ ਕਿਹੜੇ ਲੋਕ ਨੇ ਤਾਂ ਜੋ ਉਹਨੂੰ ਸਮਾਜਿਕ ਸਰੋਕਾਰਾਂ ਦੇ ਨਾਲ ਹੈ ਜਿਹੜਾ ਜੋੜਿਆ ਜਾ ਸਕਦਾ ਹੋਵੇ। ਜਦੋਂ ਅਸੀਂ ਅੰਗਰੇਜ਼ਾਂ ਦੀ ਗੱਲ ਕਰਦੇ ਹਾਂ ਤਾਂ ਲਾਰਡ ਮੈਕਾਲੇ ਵਾਲਾ ਵਿਦਿਅਕ ਪ੍ਰਬੰਧ ਦੀ ਵੀ ਹੈ ਜਿਹੜੀ ਨਾਲ ਗੱਲ ਕਰਦੇ ਹਾਂ ਵੀ ਉਹਨਾਂ ਨੇ ਕਿਸ ਮਕਸਦ ਦੇ ਲਈ ਇੱਥੇ ਇਸ ਨੂੰ ਲਾਗੂ ਕੀਤਾ। ਉਸ ਤੋਂ ਬਾਅਦ ਜਦੋਂ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਵੀ ਇੱਥੇ ਉਦਾਂ ਦਾ ਹੀ ਐਜੂਕੇਸ਼ਨ ਸਿਸਟਮ ਲਗਾਤਾਰ ਹੈ ਜਿਹੜਾ ਉਹ ਰਿਹਾ, ਉਹ 'ਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਸੁਪਰੀਮ ਕੋਰਟ ਦੀ ਗੱਲ ਜੱਜਮੈਂਟ ਆਈ ਕਿ ਇਹ ਕਲੈਪਸ ਹੋ ਚੁੱਕਿਆ, ਇਹ ਚੰਗੇ ਬੰਦੇ ਆ ਜਿਹੜੇ ਨਹੀਂ ਪੈਦਾ ਕਰ ਰਿਹਾ। ਦੂਸਰੀ ਸਮੱਸਿਆ ਇਹ ਹੈ ਕਿ ਇੱਥੇ ਰੁਜ਼ਗਾਰ ਮੁਹੱਈਆ ਜਿਹੜਾ ਨੌਜਵਾਨਾਂ ਨੂੰ ਨਹੀਂ ਹੋ ਰਿਹਾ, ਤੇ ਜੇ ਐਜੂਕੇਸ਼ਨ ਜਾਂ ਸਿੱਖਿਆ ਹੈ ਉਹ ਸਿਰਫ ਇਸ ਪਰਪਸ ਦੇ ਲਈ ਦਿੱਤੀ ਜਾਵੇ ਵੀ ਤੁਸੀਂ ਇੱਥੋਂ ਨਿਕਲ ਕੇ ਇੰਨੇ ਲੱਖ ਦਾ ਪੈਕੇਜ ਲੈਣਾ ਜੀ, ਤੁਸੀਂ ਨੇ ਜਿਹੜਾ ਸਿਰਫ ਆਪਣੀ ਲਈ ਜ਼ਿੰਦਗੀ ਦੇ ਲਈ ਸਹੂਲਤਾਂ ਨਹੀਂ ਲੈਣੀਆਂ ਨੇਗੀਆਂ ਤੇ ਉਹਨਾਂ ਦੇ ਸਾਹਮਣੇ ਉਦਾਂ ਦਾ ਇੱਕ ਸੱਭਿਆਚਾਰ ਪਰੋਸਿਆ ਜਾ ਰਿਹਾ ਹੈ, ਤਾਂ ਤੁਸੀਂ ਐਜੂਕੇਸ਼ਨ ਉਹ ਆਪਣਾ ਸਹੀ ਪਰਪਸ ਨਹੀਂ ਗੇਨ ਕਰ ਸਕਦੀ। ਉਸੇ ਕਰਕੇ ਅੱਜ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਪੰਜਾਬ ਦੇ ਮਸਲਿਆਂ ਨੂੰ ਬੇਦਾਵਾ ਦੇ ਕੇ ਉਹ ਵਿਦੇਸ਼ਾਂ ਨੂੰ ਜਿਹੜੀ ਜਾ ਰਹੀ ਹੈ, ਨਸ਼ੇ ਕਰ ਰਹੀ ਹੈ, ਲੁੱਟਾਂ ਖੋਹਾਂ ਨੇ ਜਿਹੜੀਆਂ ਉਹ ਕਰਨ ਲੱਗੀ ਹੋਈ ਹੈਗੀ। ਤੇ ਇਸ ਦੇ ਲਈ ਜੇ ਅਸੀਂ ਇੱਕ ਇਸ ਨੂੰ ਸਮਾਜਿਕ ਸਰੋਕਾਰਾਂ ਦੇ ਨਾਲ ਜੋੜਨਾ ਹੈ ਤਾਂ ਜਦੋਂ ਅਸੀਂ 2013 ਦੇ ਵਿੱਚ ਹੁਣ ਗਦਰ ਪਾਰਟੀ ਦੀ 100ਵੀਂ ਸ਼ਤਾਬਦੀ ਮਨਾ ਰਹੇ ਹਾਂਗੇ ਤਾਂ ਉਹ ਗਦਰੀ ਬਾਬੇ ਸੀ ਜਿਹੜੇ ਜਦੋਂ ਉਹਨਾਂ ਦੇ ਸਾਹਮਣੇ ਇਹ ਸਵਾਲ ਖੜਾ ਹੋਇਆ ਕਿ ਸਾਨੂੰ ਇੱਥੇ ਆਉਣ ਦੇ ਲਈ ਕਿਉਂ ਮਜਬੂਰ ਹੋਣਾ ਪਿਆ, ਉਹਨਾਂ ਨੂੰ ਲੱਗਿਆ ਵੀ ਹਿੰਦੁਸਤਾਨ ਦੇ ਵਿੱਚ ਉਹ ਪ੍ਰਬੰਧ ਹੈ ਜਿਹੜਾ ਉਹ ਜਿਉਣ ਯੋਗ ਨਹੀਂ ਹੈਗਾ ਤੇ ਇੱਥੇ ਵੀ ਇਹ ਪ੍ਰਬੰਧ ਹੈ ਜਿਹੜਾ ਸਾਨੂੰ ਕੋਈ ਬਹੁਤਾ ਵਧੀਆ ਜਿਹੜਾ ਨਹੀਂ ਰੱਖ ਰਿਹਾ ਹੈਗਾ। ਇਸ ਕਰਕੇ ਉਹਦਾ ਮਕਸਦ ਕਾਰਨ ਇਹ ਹੈ ਵੀ ਅਸੀਂ ਗੁਲਾਮ ਆ ਤੇ ਸਾਨੂੰ ਵੀ ਅੱਜ ਇਹ ਚੀਜ਼ ਲੱਗਦੀ ਹੈ ਕਿ ਇਸ ਪ੍ਰਬੰਧ ਦੇ ਵਿੱਚ ਇਹ ਸਿੱਖਿਆ ਪ੍ਰਬੰਧ ਵੀ ਹੈ ਜਿਹੜਾ ਇਹ ਇੱਕ ਚੰਗੇ ਬੰਦੇ ਆ ਜਿਹੜੇ ਨਹੀਂ ਪੈਦਾ ਕਰ ਸਕਦਾ। ਇਸ ਕਰਕੇ ਪੰਜਾਬ ਦੀ ਜਵਾਨੀ ਨੂੰ ਇੱਕ ਬਦਲਵਾਂ ਸਿੱਖਿਆ ਢਾਂਚਾ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਪੰਜਾਬ ਦੀ ਜਵਾਨੀ ਜਿਹੜੀ ਇੱਥੋਂ ਦੇ ਸਰੋਕਾਰਾਂ ਨੂੰ ਬੇਦਾਵਾ ਦੇ ਕੇ ਬਾਹਰ ਜਾ ਰਹੀ ਹੈ ਉਹਨਾਂ ਨੂੰ ਗਦਰੀ ਬਾਬਿਆਂ ਤੇ ਕਰਤਾਰ ਸਿੰਘ ਸਰਾਭੇ ਦੇ ਇਤਿਹਾਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਬਿੱਲੀ ਜੀ ਕਿ ਮੈਂ ਹੋਰ ਵੀ ਤੁਹਾਨੂੰ ਗੱਲ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੀ ਇਹ ਇਸ ਸਮੇਂ ਗਦਰ ਸ਼ਤਾਬਦੀ ਚੱਲ ਰਹੀ ਆ, ਹਾਂਜੀ, ਇਸ ਦੇ ਸੰਬੰਧ ਚ ਇਹ ਪੰਜਾਬ ਸਟੂਡੈਂਟ ਯੂਨੀਅਨ ਨੇ ਪਹਿਲਾਂ ਵੀ ਲਗਾਤਾਰ ਇਸ ਗਦਰ ਸ਼ਤਾਬਦੀ ਨੂੰ ਬਹੁਤ ਸਮੇਂ ਦਾ ਸ਼ੁਰੂ ਕੀਤਾ ਤੇ ਲਗਾਤਾਰ ਮਨਾ ਰਹੀ ਆ। ਹਾਂਜੀ। ਵੱਖਰੇ ਵੱਖਰੇ ਢੰਗ ਦੇ ਨਾਲ ਅਸੀਂ ਜਿਹੜੀ ਐਕਟੀਵਿਟੀ ਇਹ ਤੇ ਕਰ ਰਹੇ ਆ ਹਾਂਜੀ। ਤੇ ਹੁਣ ਇੱਕ ਅਸੀਂ ਸਪੈਸ਼ਲ 2 ਇਸ਼ੂ ਲੈ ਕੇ, ਹਾਂਜੀ, ਜਿਹੜਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਸਿਲੇਬਸ ਵਾਲੀ, ਹਾਂਜੀ, ਤੇ 2 ਇਸ਼ੂ ਲੈ ਕੇ ਅਸੀਂ ਤੇ ਪੂਰੀ ਮੁਹਿੰਮ ਜਿਹੜੀ ਪੂਰੇ ਪੰਜਾਬ 'ਚ ਬਣਾ ਰਹੇ ਹਾਂ। ਇੱਕ ਤਾਂ ਇਹ ਕਿ ਜਿਹੜਾ ਸਾਡਾ ਸਿਲੇਬਸ ਆ, ਹਾਂਜੀ, ਅੱਜ ਵੀ ਸਾਡਾ ਸਿਲੇਬਸ ਆ ਜਿਹੜਾ ਉਹ ਸਾਮਰਾਜੀਆਂ ਦੇ ਜਿਹੜਾ ਪੱਖ 'ਚ ਭੁਗਤਦਾ ਉਹਨਾਂ ਦੀ ਚਾਕਰੀ ਆ ਜਿਹੜਾ ਉਹ ਕਰਦਾ ਹੈਗਾ। ਹਾਂਜੀ। ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਆ ਤੇ ਦੇਸ਼ ਭਗਤਾਂ ਦੇ ਜਿਹੜੀਆਂ ਇਹਦੇ ਵਿੱਚ ਕੁਝ ਲਿਖਤਾਂ ਨੇ ਜਾਂ ਕੁਝ ਲੈਸ਼ਨ ਨੇ ਉਹਨਾਂ ਨੂੰ ਲਗਾਤਾਰ ਕੱਟਿਆ ਜਾ ਰਿਹਾ ਹੈਗਾ। ਹਾਂਜੀ। ਆ ਪੁਰਾਣੇ ਥੋੜਾ ਸਮਾਂ ਪਹਿਲਾਂ ਵੀ ਇੱਕ ਚਰਚਾ 'ਚ ਆਈ ਗੱਲ ਕਿ ਭਗਤ ਸਿੰਘ ਨੂੰ ਜਿਹੜੀ ਬੰਬੇ ਬੋਰਡ ਆ ਉਹਦੀਆਂ ਕਿਤਾਬਾਂ ਦੇ ਵਿੱਚ ਵੀ ਉੱਥੇ ਜਿਹੜਾ ਹੈਗਾ ਅੱਤਵਾਦੀ ਆ ਜਿਹੜਾ ਦਰਸਾਇਆ ਗਿਆ ਹੈਗਾ। ਤੇ ਇਹ ਸਿਲੇਬਸ ਆ ਜਿਹੜਾ ਪੂਰਾ ਸੂਰਾ ਇਹ ਤਬਦੀਲ ਹੋਣ ਵਾਲਾ ਹੈ। ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤੇ ਪਿੱਛੇ ਜਦੋਂ 11ਵੀਂ ਪਲਾਨ ਲਈ ਐਜੂਕੇਸ਼ਨ ਦੇ ਖੇਤਰ 'ਚ ਕੰਮ ਹੋ ਰਿਹਾ ਸੀ ਤਾਂ ਬਿਰਲਾ ਅਬਾਨੀ ਜੋ ਜਿਹੜੇ ਸਰਮਾਏਦਾਰ ਨੇ ਦੇਸ਼ ਦੇ, ਉਹਨਾਂ ਨੂੰ ਇਹਦੀ ਰਿਪੋਰਟਿੰਗ ਕਰਨ ਲਈ ਕਿਹਾ ਗਿਆ ਸੀ। ਸੋ ਬਿਰਲਾ ਅਬਾਨੀ ਦੀ ਰਿਪੋਰਟ ਤੇ ਜਿਹੜੀ 11ਵੀਂ ਪਲਾਨ ਨੇ ਕੰਮ ਕੀਤਾ ਹੈ। ਮੈਂ ਇਹ ਦੱਸਣਾ ਚਾਹੁੰਦਾ ਵੀ ਦਿੱਲੀ ਯੂਨੀਵਰਸਿਟੀ ਨੇ ਜਿਹੜੀ 3 ਡਿਗਰੀ ਕੋਰਸ ਹੈ ਉਹਨੂੰ 4 ਸਾਲ ਕਰ ਦਿੱਤਾ। ਇਹਦਾ ਕੀ ਕਾਰਨ ਹੈ ਕਿ ਇਹਦਾ 1 ਸਾਲ ਵਧਾ ਦਿੱਤਾ ਗਿਆ? ਇਹਦੇ ਪਿੱਛੇ ਕੀ ਹੈ ਬੈਂਸ ਸਿੰਘ ਜੀ, ਕੀ ਕਾਰਨ ਹੈ? ਅਸਲ ਦੇ ਵਿੱਚ ਜਿਹੜੇ ਇੱਥੇ ਵਿਦੇਸ਼ੀ ਯੂਨੀਵਰਸਿਟੀਆਂ ਖੁੱਲ ਰਹੀਆਂ ਨੇ, ਹਾਂਜੀ, ਦੂਸਰਾ ਇੱਥੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿਹੜੀਆਂ ਖੁੱਲ ਰਹੀਆਂ ਨੇ, ਹਾਂਜੀ, ਤੇ ਇਸ ਦੇ ਨਾਲ ਜਦੋਂ ਸੰਸਾਰੀਕਰਨ ਦੇ ਨਾਲ ਸਾਡੇ ਦੇਸ਼ ਦੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਦੁਨੀਆ ਦੇ ਪ੍ਰਬੰਧ ਦੇ ਨਾਲ ਨੱਥੀ ਕਰਤਾ, ਹਾਂਜੀ, ਤੇ ਇੱਥੇ ਵਪਾਰ ਦੇ ਨਾਲ ਆ ਜਿਹੜਾ ਉਸ ਨੂੰ ਜੋੜਤਾ, ਹਾਂਜੀ, ਤਾਂ ਉੱਥੇ ਜਿਹੜੇ ਵਿਦੇਸ਼ੀ ਯੂਨੀਵਰਸਿਟੀਆਂ 'ਚ ਕੋਰਸ ਨੇ ਜਿਹੜੇ ਉਹ ਚਲਾਏ ਜਾਂਦੇ ਨੇ, ਹਾਂਜੀ, ਉਹ ਮੁੱਖ ਤੌਰ ਦੇ ਉੱਤੇ 4 ਸਾਲਾ ਜਿਹੜੇ ਉਹ ਕੋਰਸ ਹੈਗੇ ਨੇ ਤੇ ਉਹਨਾਂ ਅਮਰੀਕਾ ਦੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਯੂਨੀਵਰਸਿਟੀਆਂ ਦੇ ਵਿੱਚ। ਤੇ ਇਸ ਕਰਕੇ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਉਹਨਾਂ ਦੇ ਲਈ, ਕੰਪਨੀਆਂ ਦੇ ਲਈ ਕਰਿੰਦੇ ਪੈਦਾ ਕਰਨ ਦੇ ਲਈ ਇਹਨਾਂ ਕੋਰਸਾਂ ਨੂੰ ਵੀ ਜਿਹੜਾ 4 ਸਾਲ ਦਾ ਕਰਤਾ ਤਾਂ ਜੋ ਇੱਥੇ ਸਸਤੇ ਤੌਰ ਦੇ ਉੱਤੇ, ਕਿਉਂਕਿ ਉੱਥੇ ਜੇ ਉਹ ਪੜਾਉਂਦੇ ਨੇਗੇ ਤਾਂ ਉਹਨਾਂ ਨੂੰ ਉਹਦੇ ਤੇ ਉਹਨਾਂ ਨੂੰ ਕੁਝ ਸਹੂਲਤਾਂ ਮਿਲੀਆਂ ਹੋਈਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਮਹਿੰਗੇ ਨੇ ਜਿਹੜੇ ਉਹ ਤਿਆਰ ਕਰਨੇ ਪੈਂਦੇ ਨੇ। ਹਿੰਦੁਸਤਾਨ 'ਚ ਉਹਨਾਂ ਨੂੰ ਸਸਤੇ ਤਿਆਰ ਕੀਤੇ ਹੋਏ ਨੇ ਜਿਹੜੇ ਕੰਪਨੀਆਂ ਦੇ ਲਈ ਕਰਿੰਦੇ ਮਿਲ ਜਾਣ, ਤਾਂ ਕਰਕੇ ਜਿਹੜਾ ਇਹਨਾਂ ਕੋਰਸਾਂ ਨੂੰ 4 ਸਾਲ ਦਾ ਕਰਨ ਦਾ ਜਿਹੜਾ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਕਰ ਵੀ ਰਹੇ ਨੇਗੇ। ਤੇ ਇਹ ਸਾਰੀ ਚੀਜ਼ ਉਸ ਪ੍ਰਕਿਰਿਆ ਦੇ ਨਾਲ ਜੁੜੀ ਹੋਈ ਹੈ ਜਿਹੜੀ ਤੁਸੀਂ ਪਹਿਲਾਂ ਸਾਮਰਾਜੀ ਕੰਪਨੀਆਂ ਵਾਲੀ ਗੱਲ ਕੀਤੀ ਤੇ ਸਾਮਰਾਜੀ ਪ੍ਰਬੰਧ ਦੇ ਗਲਬੇ ਵਾਲੀ ਹੈ ਜਿਹੜੀ। ਹਾਂਜੀ, ਇਹਦੇ ਨਾਲ ਵਿਦਿਆਰਥੀਆਂ ਤੇ ਬਰਡਨ ਵੱਧ ਜਾਏਗਾ, ਫੀਸ ਦਾ ਖਰਚਾ ਵੱਧ ਜਾਏਗਾ, ਇਹਦੇ ਨਾਲ ਵਿਦਿਆਰਥੀਆਂ ਦੀ ਗਿਣਤੀ ਹੋਰ ਘਟੇਗੀ। ਸੋ ਐਜੂਕੇਸ਼ਨ ਕੁਝ ਚੁਣਿੰਦਾ ਲੋਕਾਂ ਲਈ ਸੁਰੱਖਿਅਤ ਹੋ ਕੇ ਰਹਿ ਜੂਗੀ। ਹਾਂਜੀ, ਮੈਂ ਇਹਦੇ ਸੰਬੰਧ 'ਚ ਇੱਕ ਹੋਰ ਵੀ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਇਹ ਦਿੱਲੀ ਯੂਨੀਵਰਸਿਟੀ ਨੇ ਪੈਟਰਨ ਸੈੱਟ ਕੀਤਾ ਹੈਗਾ, ਹਾਂਜੀ, ਇਸ ਪੈਟਰਨ ਦਾ ਕਾਰਨ ਇੱਕ ਹੋਰ ਵੀ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਲੋਕ ਸਭਾ ਨੇ ਇੱਕ ਬਿੱਲ ਪਾਸ ਕੀਤਾ ਜਿਹਦੇ ਵਿੱਚ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਇੱਥੇ ਸੱਦਾ ਦਿੱਤਾ ਕਿ ਤੁਸੀਂ ਇੱਥੇ ਆਪਦਾ ਜਿਹੜਾ ਯੂਨੀਵਰਸਿਟੀਆਂ ਖੋਲ ਸਕਦੇ ਹੋ। ਹਾਂਜੀ, ਹਾਂਜੀ। ਇਹ ਉਸ ਦੇ ਲਈ ਜਿਹੜੇ ਮੂਰੇ ਗਰਾਊਂਡ ਆ ਇਹ ਤਿਆਰ ਕੀਤਾ ਗਿਆ ਹੈਗਾ, ਕਿਉਂਕਿ ਜਿਹੜੀ ਮੈਂ ਗੱਲ ਕੀਤੀ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇਹ ਬੈਚਲਰ ਡਿਗਰੀ ਦਾ ਜਿਹੜਾ 4 ਸਾਲਾਂ ਦਾ ਪੈਟਰਨ ਹੈਗਾ, ਇੱਥੇ ਉਹਨਾਂ ਦੇ ਲਈ ਆ ਕੇ ਜਿਹੜਾ ਜੇ 4 ਸਾਲਾਂ ਦਾ ਪੈਟਰਨ ਇੱਥੇ ਫਿੱਟ ਕਰਨਗੇ ਤਾਂ ਵਿਦਿਆਰਥੀਆਂ ਨਹੀਂ ਜਾਣਾ ਹੈਗਾ। ਜੇ ਇੱਥੇ ਪਹਿਲਾਂ ਹੀ ਹੋਊਗਾ ਪੈਟਰਨ 4 ਸਾਲਾਂ ਦਾ ਬੈਚਲਰ ਡਿਗਰੀ ਦਾ, ਫਿਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜਾਣਗੇ ਤੇ ਇਹਦੇ ਨਾਲ ਸਾਡੇ ਵਿਦਿਆਰਥੀਆਂ ਨੂੰ ਨੁਕਸਾਨ ਆ, ਫੀਸ ਦਾ ਵੀ ਨੁਕਸਾਨ ਆ, ਉਹਨਾਂ ਦੇ 1 ਸਾਲ ਵੀ ਆ ਜਿਹੜਾ ਉਹ ਖਰਾਬ ਹੁੰਦਾ ਹੈਗਾ ਤੇ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚੋਂ ਹੌਲੀ ਹੌਲੀ ਜਿਹੜੇ ਮਹਿੰਗੇ ਮਿਲ ਰਹੇ ਤੇ ਉਹ ਬਾਹਰ ਹੋ ਰਹੇ ਨੇ। ਦੂਜਾ ਇਹ ਵੀ ਇਹਦੇ ਨਾਲ ਕਿ ਇਹਨਾਂ ਨੂੰ ਵੀ 1 ਸਾਲ ਦਾ ਜਿਹੜਾ ਵਿੱਚ ਸਾਹ ਮਿਲੂਗਾ ਕਿ ਇਹਨਾਂ ਨੂੰ ਜਿਹੜਾ ਲੋਕ ਇੱਥੇ ਪੜ੍ਹਦੇ ਨੇ ਤੇ ਉਹ ਬਾਅਦ ਚ ਰੁਜ਼ਗਾਰ ਮੰਗਦੇ ਨੇ, ਉਹਨਾਂ ਲਈ ਵੀ 1 ਸਾਲ ਆ ਜਿਹੜਾ ਸੌਖਾ ਹੋ ਲੰਘੂਗਾ ਇਹਦੇ ਵਿੱਚ। ਸੋ ਬੇਅੰਤ ਸਿੰਘ ਜੀ ਤੇ ਮਾਨ ਜੀ, ਤੁਸੀਂ ਗਲੋਬਲ ਟੈਲੀਕਾਸਟ ਟੀਵੀ ਦੇ ਸਟੂਡੀਓ 'ਚ ਆਏ ਹੋ। ਮੈਂ ਗਲੋਬਲ ਟੈਲੀਕਾਸਟ ਵੱਲੋਂ ਤੁਹਾਡਾ ਤਹਿ ਦਿਲ ਤੋਂ ਧੰਨਵਾਦੀ ਹਾਂ।